प्यारे बच्चों, ਅੱਜ ਅਸੀਂ ਬਲਰਾਜ ਸਾਹਨੀ ਜੀ ਦਾ ਲਿਖਿਆ ਹੋਇਆ ਲੇਖ ਮੁੜ ਵੇਖਿਆ ਪਿੰਡ ਪੜ੍ਹਨ ਜਾ ਰਹੇ ਹਾਂ। ਬਲਰਾਜ ਸਾਹਨੀ ਦਾ ਜਨਮ 1 ਮਈ 1913 ਈਸਵੀ ਵਿੱਚ ਸ਼੍ਰੀ ਹਰਬੰਸ ਲਾਲ ਸਾਹਨੀ ਅਤੇ ਮਾਤਾ ਸ਼੍ਰੀਮਤੀ ਲਕਸ਼ਮੀ ਦੇਵੀ ਦੇ ਘਰ ਰਾਵਲਪਿੰਡੀ ਪਾਕਿਸਤਾਨ ਵਿਖੇ ਹੋਇਆ। ਆਪ ਨੇ 1934 ਈਸਵੀ ਵਿੱਚ ਅੰਗਰੇਜ਼ੀ ਦੀ MA ਕੀਤੀ ਅਤੇ ਫਿਰ ਪਿਤਾ ਪੁਰਖੀ ਕਿੱਤਾ ਵਪਾਰ ਕੀਤਾ। ਕੁਝ ਸਮਾਂ ਪੱਤਰਕਾਰੀ ਕੀਤੀ। 1938 ਈਸਵੀ ਤੋਂ 1940 ਈਸਵੀ ਤੱਕ ਸ਼ਾਂਤੀ ਨਿਕੇਤਨ ਵਿੱਚ ਹਿੰਦੀ ਦੇ ਅਧਿਆਪਕ ਰਹੇ। 1940 ਈਸਵੀ ਤੋਂ 1944 ਈਸਵੀ ਤੱਕ BBC ਲੰਡਨ ਵਿੱਚ ਅਨਾਊਂਸਰ ਵਜੋਂ ਕੰਮ ਕੀਤਾ। ਮੁੱਖ ਕਿੱਤਾ ਐਕਟਿੰਗ ਰਿਹਾ। ਉਹਨਾਂ ਦੀਆਂ ਯਾਦਗਾਰੀ ਫਿਲਮਾਂ ਕਾਬਲੀਵਾਲਾ, 2 बीघा ਜ਼ਮੀਨ, ਹਮ ਲੋਗ, ਹੀਰਾ ਮੋਤੀ, ਪਵਿੱਤਰ ਪਾਪੀ ਆਦਿ ਹਨ। ਪੰਜਾਬੀ ਵਿੱਚ ਉਹਨਾਂ ਦੀਆਂ ਪ੍ਰਮੁੱਖ ਰਚਨਾਵਾਂ ਹਨ ਮੇਰਾ ਪਾਕਿਸਤਾਨੀ ਸਫ਼ਰਨਾਮਾ, ਮੇਰਾ ਰੂਸੀ ਸਫ਼ਰਨਾਮਾ, ਗੈਰ ਜਜ਼ਬਾਤੀ ਡਾਇਰੀ, ਮੇਰੀ ਫਿਲਮੀ ਆਤਮ ਕਥਾ ਆਦਿ ਹਨ। ਆਜ਼ਾਦੀ ਤੋਂ ਲਗਭਗ 2 ਦਹਾਕਿਆਂ ਪਿੱਛੋਂ ਉਹਨਾਂ ਨੇ ਆਪਣੀ ਜਨਮ ਭੂਮੀ ਦੀ ਮੋਵਸ ਪਾਕਿਸਤਾਨ ਦੀ ਯਾਤਰਾ ਕੀਤੀ। 13 ਅਪ੍ਰੈਲ 1973 ਈਸਵੀ ਵਿੱਚ ਆਪ ਦਾ ਦੇਹਾਂਤ ਹੋ ਗਿਆ। ਮੁੜ ਵੇਖਿਆ ਪਿੰਡ ਵਾਰਤਕ ਦਾ ਨਮੂਨਾ ਮੇਰਾ ਪਾਕਿਸਤਾਨੀ ਸਫ਼ਰਨਾਮਾ ਵਿੱਚ ਲਿਆ ਗਿਆ ਹੈ। ਆਪ ਦੀ ਸਫ਼ਰਨਾਮਾ ਵਾਰਤਕ ਬੜੀ ਸਲਾਹੀ ਗਈ। ਭਾਸ਼ਾ ਵਿਭਾਗ ਪੰਜਾਬ ਨੇ ਆਪ ਨੂੰ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ ਨਾਲ ਸਨਮਾਨਿਤ ਕੀਤਾ। ਸੋ ਪੜ੍ਹਦੇ ਹਾਂ ਉਹਨਾਂ ਦਾ ਲਿਖਿਆ ਹੋਇਆ ਸਫ਼ਰਨਾਮਾ ਮੁੜ ਵੇਖਿਆ ਪਿੰਡ। 16 ਅਕਤੂਬਰ 1962 ਈਸਵੀ ਸਵੇਰੇ ਉੱਠਦਿਆਂ ਸਾਰ ਪਹਿਲਾਂ ਥਾਣੇ ਰਿਪੋਰਟ ਲਿਖਾਈ, ਫਿਰ ਬੱਸਾਂ ਦੇ ਅੱਡੇ ਉੱਤੇ ਜਾ ਪੁੱਜੇ। ਭੇਰਾ ਵੀ 60-70 ਮੀਲ ਦਾ ਪੈਂਡਾ ਸੀ। ਸਿਕੰਦਰ ਨਾਲ ਸੀ, ਸਗੋਂ 2 ਹੋਰ ਮਿੱਤਰ ਵੀ ਤਿਆਰ ਹੋ ਪਏ ਸਨ। ਉਸ ਵੇਲੇ ਮੈਂ ਉਹਨਾਂ ਦੇ ਸਾਥ ਦਾ ਮੁੱਲ ਨਾ ਪਾਇਆ। ਮੇਰੇ ਉੱਪਰ ਭੇਰੇ ਜਾ ਕੇ ਜਜ਼ਬਿਆਂ ਦਾ ਕੀ ਤੂਫਾਨ ਟੁੱਟਣਾ ਸੀ, ਉਸ ਵੇਲੇ ਮੈਨੂੰ ਨਹੀਂ ਸੀ ਪਤਾ। ਉਸ ਵੇਲੇ ਭੇਰਾ ਮੈਨੂੰ ਸੌਖੀ ਜਿਹੀ ਮੁਹਿੰਮ ਜਾਪਿਆ ਸੀ। ਬਸ ਭੇਰੇ ਵੱਲ ਨੱਠਦੀ ਜਾ ਰਹੀ ਸੀ, ਪਰ ਮੈਨੂੰ ਵਿਸ਼ਵਾਸ ਨਹੀਂ ਸੀ ਆਉਂਦਾ ਕਿ ਸੱਚਮੁੱਚ ਮੈਂ ਥੋੜ੍ਹੇ ਚਿਰ ਅੰਦਰ ਭੇਰੇ ਪੁੱਜ ਜਾਵਾਂਗਾ। ਪਿਛਲੀ ਵਾਰੀ ਜਦੋਂ ਭੇਰਾ ਵੇਖਿਆ ਸੀ 40 ਸਾਲ ਪੁਰਾਣੀ ਗੱਲ ਹੈ। ਉਦੋਂ ਮੇਰੀ ਉਮਰ ਹੋਵੇਗੀ ਮਸਾਂ 8-9 ਸਾਲਾਂ ਦੀ। ਭੇਰਾ ਨਿੱਕਾ ਜਿਹਾ ਸ਼ਹਿਰ ਸੀ। ਉਹਦੀ ਗਲੀ ਗਲੀ 'ਤੇ ਚੱਪੇ ਦੀਆਂ ਦੌੜਾਂ ਮਾਰ ਛੱਡਦੇ। ਖੁਖਰਾਨ ਬਰਾਦਰੀ ਵਾਲਿਆਂ ਦੇ ਆਪਣੇ ਅਲੱਗ-ਅਲੱਗ ਮੁਹੱਲੇ ਸਨ। ਸਾਧੀਆਂ ਦਾ ਮੁਹੱਲਾ, ਆਨੰਦਾਂ ਦਾ, ਕੋਲੀਆਂ ਦਾ ਆਦਿ। ਪਤਾ ਨਹੀਂ ਇਹ ਮੁਹੱਲੇ ਕਦੋਂ ਅਤੇ ਕਿਸ ਤਰ੍ਹਾਂ ਬਣੇ। ਹਰ ਮੁਹੱਲੇ ਆਪਣਾ ਦਰਵਾਜ਼ਾ ਹੁੰਦਾ ਸੀ। ਮੇਰੇ ਤਾਈ ਜੀ ਮੁਹੱਲੇ ਦੀਆਂ ਕੁਝ ਸਾਥਣਾਂ ਨਾਲ ਸਵੇਰੇ ਮੂੰਹ ਹਨੇਰੇ ਜੇਹਲਮ ਦਰਿਆ ਇਸ਼ਨਾਨ ਕਰਨ ਜਾਂਦੇ ਸਨ। ਕਦੇ ਕਦੇ ਮੈਂ ਅਤੇ ਮੇਰਾ ਛੋਟਾ ਭਰਾ ਭੀਸ਼ਮ ਨਾਲ ਤੁਰ ਪੈਂਦੇ ਸਾਂ। ਪਹਿਲਾ ਪੜਾਅ ਚਿੜੀ ਚੌਕ, ਦੂਜਾ ਘੜੀਪਨ ਅਤੇ ਤੀਜਾ ਔਖਾ ਪੈਂਡਾ ਦਰਿਆ ਤੀਕਦਾ, ਜੋ ਘੜੀ ਮੁੜੀ ਛੱਡ ਕੇ ਕਦੇ ਨੇੜੇ ਅਤੇ ਕਦੇ ਦੂਰ ਚਲਾ ਜਾਂਦਾ ਸੀ। ਚਿੜੀ ਚੌਕ ਦੇ ਨੇੜੇ ਇੱਕ ਮੈਦਾਨ ਵਿੱਚ ਅਨੋਖਾ ਮੇਲਾ ਲੱਗਦਾ ਹੁੰਦਾ ਸੀ। ਸਾਰੇ ਸ਼ਹਿਰ ਦੀਆਂ ਕੁੜੀਆਂ ਚਿੜੀਆਂ ਇੱਥੇ ਇਕੱਤਰ ਹੁੰਦੀਆਂ। ਕਦੇ ਕਦੇ ਰਾਤੀ ਸਾਡੇ ਹੇਠਲੇ ਸੋਫੇ ਵਿੱਚ ਤ੍ਰਿੰਜਣ ਲੱਗਦਾ। ਮੇਰੀਆਂ ਦੋਵੇਂ ਭੈਣਾਂ ਸਹੇਲੀਆਂ ਸਹਿਤ ਮਾਤਾ ਜੀ ਦੀ ਚਤੁਰ ਪ੍ਰਧਾਨਗੀ ਹੇਠ ਸਾਰੀ ਦੀ ਸਾਰੀ ਰਾਤ ਚਰਖਾ ਕੱਤਦੀਆਂ। ਪੈਂਡੇ ਦਾ ਮਤਲਬ ਹੁੰਦਾ ਰਾਹ, ਰਸਤਾ। ਮੁੱਲ ਨਾ ਪਾਉਣਾ, ਇਸ ਦਾ ਮਤਲਬ ਹੁੰਦਾ ਕਦਰ ਨਾ ਕਰਨਾ। ਨੱਠਦੀ ਜਾਂਦੀ ਸੀ ਮਤਲਬ ਦੌੜਦੀ ਜਾਂਦੀ ਸੀ। ਵਿਸ਼ਵਾਸ ਮਤਲਬ ਭਰੋਸਾ। ਔਖਾ ਪੈਂਡਾ ਦਾ ਮਤਲਬ ਹੁੰਦਾ ਮੁਸ਼ਕਿਲ ਫਾਸਲਾ। ਇਕੱਤਰ ਦਾ ਮਤਲਬ ਹੁੰਦਾ ਇਕੱਠੀਆਂ। ਸੁਫਾ ਦਾ ਮਤਲਬ ਹੁੰਦਾ ਘਰ ਦੇ ਦਰਵਾਜ਼ੇ ਨਜ਼ਦੀਕ ਕਿਸਮ ਦੀ ਡਿਓੜੀ ਜਿਸ ਵਿੱਚ ਬੈਠਿਆ ਜਾਂਦਾ ਸੀ। ਦਲਾਨ, 2, 3 ਜਾਂ 4 ਕੋਠੜੀਆਂ ਅੱਗੇ ਇੱਕ ਸਾਂਝਾ ਕਮਰਾ। ਤ੍ਰਿੰਜਣ ਦਾ ਮਤਲਬ ਹੁੰਦਾ ਜਿੱਥੇ ਕੁੜੀਆਂ ਇਕੱਠੀਆਂ ਬੈਠ ਕੇ ਚਰਖਾ ਕੱਤਦੀਆਂ ਹਨ। ਕਿਤਨੀਆਂ ਹੀ ਤਸਵੀਰਾਂ ਕਲਪਨਾ ਦੇ ਪਰਦੇ ਉੱਤੇ ਅਕਸ ਪਾ ਗਈਆਂ। ਤਸਵੀਰ ਦਾ ਮਤਲਬ ਹੁੰਦਾ ਚਿੱਤਰ ਔਰ ਅਕਸ ਦਾ ਮਤਲਬ ਹੁੰਦਾ ਪਰਛਾਵਾਂ।
ਕਣਕ ਦੇ ਹਰੇ ਭਰੇ ਖੇਤ ਜਿਨ੍ਹਾਂ ਵਿੱਚ ਲੁਕਣ ਮਿੱਟੀ ਖੇਡਦੇ ਸਾਂ, ਜਿਨ੍ਹਾਂ ਦੇ ਬੂਟੇ ਤੋੜ ਕੇ ਤੂਤਣੀਆਂ ਬਣਾਉਂਦੇ ਸਾਂ। ਤੂਤਣੀਆਂ ਬੱਚੇ ਅਕਸਰ ਬਣਾਉਂਦੇ ਹੈਗੇ ਆ, ਇੱਕ ਤਰ੍ਹਾਂ ਦੇ ਛੋਟੇ ਵਾਜੇ ਨੂੰ ਕਿਹਾ ਜਾਂਦਾ ਹੈ। ਬੂਟਿਆਂ ਨਾਲ ਬਣਾਉਂਦੇ ਨੇ ਬੱਚੇ। ਸਿੱਟੇ ਤੋੜ ਕੇ ਸ਼ਰਾਰਤ ਨਾਲ ਰਾਹ ਲੰਘਦਿਆਂ ਦੇ ਤਲਵਾਰਾਂ ਦੇ ਪੌਂਚਿਆਂ 'ਚ ਕੁਸੇੜ ਸੁੱਟਦੇ ਸਨ। ਕੁਸੇੜ ਸੁੱਟਣਾ ਮਤਲਬ ਵਾੜ ਦੇਣਾ। ਖੂਹਾਂ ਦੇ ਪਾਣੀ, ਖੇਤਾਂ 'ਚ ਸਜਰੀਆਂ ਪੁੱਟੀਆਂ ਮੂਲੀਆਂ ਅਤੇ ਗਾਜਰਾਂ। ਉਸ ਜ਼ਮਾਨੇ ਤੋਂ ਬਾਅਦ ਕਦੇ ਵੀ ਤਾਂ ਮੈਂ ਫਿਰ ਪੇਂਡੂ ਜੀਵਨ ਦਾ ਸਵਾਦ ਨਹੀਂ ਮਾਣਿਆ। ਲੇਖਕ ਕਹਿ ਰਿਹਾ ਹੈ ਜਦੋਂ ਦਾ ਉਹ ਪਿੰਡ ਛੱਡ ਕੇ ਗਿਆ ਨਾ, ਉਸ ਤੋਂ ਬਾਅਦ ਉਹ ਵਾਪਿਸ ਹੀ ਨਹੀਂ ਮੁੜ ਸਕਿਆ, ਸ਼ਹਿਰ ਦੇ ਵਿੱਚ ਹੀ ਰਿਹਾ। ਅਕਸਰ ਜਦੋਂ ਲੋਕ ਪਿੰਡਾਂ ਨੂੰ ਛੱਡ ਕੇ ਸ਼ਹਿਰਾਂ ਚਲੇ ਜਾਂਦੇ ਆ, ਉਸ ਤੋਂ ਬਾਅਦ ਜਦੋਂ ਮੌਕਾ ਹੀ ਨਹੀਂ ਮਿਲਦਾ ਪਿੰਡ ਵੱਲ ਵਾਪਸ ਆਉਣ ਦਾ, ਤਾਂ ਉਹਨਾਂ ਚੀਜ਼ਾਂ ਨੂੰ ਬਹੁਤ ਯਾਦ ਕਰਦੇ ਆ, ਕਿਉਂਕਿ ਸ਼ਹਿਰਾਂ ਦੇ ਵਿੱਚ ਉਹ ਚੀਜ਼ਾਂ ਨਸੀਬ ਨਹੀਂ ਹੁੰਦੀਆਂ ਜੋ ਪਿੰਡਾਂ ਵਿੱਚ ਹੁੰਦੀਆਂ। ਲਾਗਲੀ ਸੀਟ, ਲਾਗਲੀ ਮਤਲਬ ਨੇੜਲੀ, ਲਾਗਲੀ ਸੀਟ ਉੱਤੇ ਇੱਕ ਬੁੱਢੜੀ ਸੁਆਣੀ ਆਪਣੇ ਪੁੱਤਰ ਨੂੰ ਨਾਲ ਲੈ ਕੇ ਆ ਬੈਠੀ। ਮੈਨੂੰ ਜਾਪਿਆ ਜਿਵੇਂ ਮੇਰੀ ਆਪਣੀ ਮਾਂ ਆ ਬੈਠੀ ਹੋਵੇ। ਉਹ ਪਹਿਰਾਵਾ, ਉਹ ਬੋਲੀ, ਮੇਰੇ ਆਪਣੇ ਬਿਲਕੁਲ ਆਪ ਦੇ ਲੋਕ। ਕੀ ਦੱਸਾਂ ਮੇਰੇ ਮਨ ਦੀ ਕੀ ਦਸ਼ਾ ਹੋ ਗਈ। ਦਸ਼ਾ ਮਤਲਬ ਅਵਸਥਾ, ਜਾਪਿਆ ਮਤਲਬ ਲੱਗਿਆ। ਬੱਸ ਭੁੱਲੋਵਾਲ ਦੇ ਅੱਡੇ ਉੱਤੇ ਆ ਰੁਕੀ। ਮੈਨੂੰ ਨਹੀਂ ਸੀ ਪਤਾ ਕਿ ਭੁੱਲੋਵਾਲ ਭੇਰੇ ਤੋਂ ਕੁੱਲ 10-12 ਮੀਲ ਦੀ ਵਾਟ ਉੱਤੇ ਹੈ। ਡਰਾਈਵਰ ਨੇ ਦੱਸਿਆ ਬੱਸ ਇੱਥੇ ਪੌਣਾ ਘੰਟਾ ਖਲੋਤੀ ਰਹੇਗੀ। ਕੁੱਲ 3 ਘੰਟੇ ਤਾਂ ਰਹਿ ਗਏ ਸਨ ਮੇਰੇ ਕੋਲ ਭੇਰਾ ਦੇਖਣ ਲਈ। ਉਸ ਵਿੱਚੋਂ ਪੌਣਾ ਘੰਟਾ ਇੱਥੇ ਜਾਇਆ ਹੋ ਜਾਏਗਾ। ਆਪਣੇ ਸਾਥੀਆਂ ਤੋਂ ਪੁੱਛੇ ਬਗੈਰ ਮੈਂ ਸਿੱਧਾ ਅੱਡੇ ਦੇ ਮੁਨਸਿਮ ਕੋਲ ਗਿਆ। ਮੁਨਸਿਮ ਹੁੰਦਾ ਪ੍ਰਬੰਧਕ, ਇੰਤਜ਼ਾਮ ਕਰਤਾ, ਜਿਹੜਾ ਇਮਾਰਤ ਦੀ ਬਰਾਂਡੇ 'ਚ ਕੁਰਸੀ ਢਾਹ ਕੇ ਹਿਸਾਬ ਕਿਤਾਬ ਕਰ ਰਿਹਾ ਸੀ। ਇਮਾਰਤ ਮਤਲਬ ਬਿਲਡਿੰਗ, ਭਵਨ। ਮੈਂ ਉਹਨੂੰ ਦੱਸਿਆ ਕਿਵੇਂ ਮੈਂ 40 ਸਾਲਾਂ ਬਾਅਦ ਕੇਵਲ 3 ਘੰਟੇ ਲਈ ਵਤਨ ਵੇਖਣ ਦੇ ਕਾਬਿਲ ਹੋਇਆ ਹਾਂ, ਅਤੇ ਕਿਵੇਂ ਮੇਰੇ ਲਈ ਅੱਡੇ ਉੱਤੇ ਪੌਣਾ ਘੰਟਾ ਗੁਜ਼ਾਰਨਾ ਅਸਹਿ ਹੋ ਰਿਹਾ ਹੈ। ਅਸਹਿ ਮਤਲਬ ਨਾ ਸਹਿਣਯੋਗ, ਕਸ਼ਟਦਾਇਕ। ਇਸ ਆਦਮੀ ਨੇ ਵੀ ਉਹ ਗੱਲ ਕਹੀ ਜੋ ਮੋਹਨ ਲਾਲ ਜੀ ਨੇ ਕੱਲ੍ਹ ਆਖੀ ਸੀ, ਪਰ ਭੇਰੇ ਵਿੱਚ ਹੁਣ ਹੈ ਕਿ ਜਿਸ ਨੂੰ ਵੇਖਣ ਤੁਰੀ ਜਾ ਰਹੇ ਹੋ। ਮੇਰੇ ਮੂੰਹੋਂ ਨਿਕਲਿਆ, ਕੀ ਕਰਾਂ ਜੀ, ਮਿੱਟੀ ਖਿੱਚ ਲਿਆਈ। ਉਹ ਅਵਾਕ ਜਿਹਾ ਹੋ ਕੇ ਮੇਰੇ ਵੱਲ ਵੇਖਣ ਲੱਗ ਪਿਆ। ਅਵਾਕ ਦਾ ਮਤਲਬ ਹੁੰਦਾ ਗੁੰਮਸੁੰਮ। ਪਤਲੂਨ ਕੋਟ ਵਾਲੇ ਆਦਮੀ ਦੀ ਮੂੰਹੋਂ ਉਹਨੂੰ ਅਜਿਹਾ ਵਾਕ ਸੁਣਨ ਦੀ ਉਮੀਦ ਨਹੀਂ ਸੀ ਸ਼ਾਇਦ। 15 ਮਿੰਟਾਂ ਦੇ ਅੰਦਰ ਅੰਦਰ ਉਹਨੇ ਬੱਸ ਤੋੜ ਦਿੱਤੀ ਮਤਲਬ ਚਲਾ ਦਿੱਤੀ। ਭੇਰੇ ਦਾ ਆਲਾ ਦੁਆਲਾ ਮੈਨੂੰ ਕੀ ਯਾਦ ਹੋਣਾ ਸੀ, ਪਰ ਉਹ ਇਤਨਾ ਸਰਸਬਜ਼ ਅਤੇ ਇਤਨਾ ਰਮਣੀਕ ਹੋਵੇਗਾ ਇਸ ਦੀ ਮੈਨੂੰ ਕੋਈ ਕਲਪਨਾ ਨਹੀਂ ਸੀ। ਸਰਸਬਜ਼ ਦਾ ਮਤਲਬ ਹੁੰਦਾ ਹਰਿਆ ਭਰਿਆ, ਔਰ ਰਮਣੀਕ ਦਾ ਮਤਲਬ ਹੁੰਦਾ ਮਨਮੋਹਕ। ਝੰਗ ਜਾਂ ਸਰਗੋਦਾ ਉਹਦੇ ਮੁਕਾਬਲੇ 'ਚ ਰੁੱਖੇ ਇਲਾਕੇ ਹਨ। ਰੇਲਵੇ ਸਟੇਸ਼ਨ ਤੋਂ ਉਤਰ ਕੇ ਭੇਰੇ ਆਓ ਤਾਂ ਸਾਨੀਆਂ ਦਾ ਮੁਹੱਲਾ ਸਭ ਤੋਂ ਪਹਿਲਾਂ ਆਉਂਦਾ ਹੈ, ਪਰ ਬੱਸਾਂ ਦਾ ਅੱਡਾ ਸ਼ਹਿਰ ਦੇ ਪਿਛਲੇ ਦਰਵਾਜ਼ੇ ਉੱਪਰ ਬਣਿਆ ਹੈ, ਜਿਸ ਨੂੰ ਸ਼ਾਇਦ ਅਸੀਂ ਬਲੋਚੀ ਦਰਵਾਜ਼ਾ ਆਖਦੇ ਸਨ। ਉਸ ਤੋਂ ਬਾਹਰ ਜਾਂਦਿਆਂ ਡਰੀਦਾ ਹੁੰਦਾ ਸੀ, ਜਿਵੇਂ ਉਸ ਤੋਂ ਪਾਰ ਕੋਈ ਦੂਜਾ ਹੀ ਮੁਲਕ ਹੋਵੇ। ਮੇਰੇ ਸਾਥੀ ਇਹ ਵੇਖ ਕੇ ਹੱਕੇ ਬੱਕੇ ਰਹਿ ਗਏ ਕਿ ਮੈਨੂੰ ਸ਼ਹਿਰ ਦੀ ਹਰ ਸੜਕ 'ਤੇ ਗਲੀ ਯਾਦ ਸੀ। ਇਸ ਬਲੋਚੀ ਦਰਵਾਜ਼ੇ ਅੰਦਰ ਵੜਦਿਆਂ ਸਾਰ ਮੇਰੀ ਪਹਿਲੀ ਪਛਾਣ ਭੇਰੇ ਦੀਆਂ ਵਿਸਰੀਆਂ ਖੁਸ਼ਬੂਆਂ ਨਾਲ ਹੋਈ। ਵਿਸਰੀਆਂ ਮਤਲਬ ਭੁੱਲ ਚੁੱਕੀਆਂ, ਖੁਸ਼ਬੂਆਂ ਹੁੰਦਾ ਮਹਿਕਾਂ, ਖੁਸ਼ਬੂਆਂ। ਅਤੇ ਮੇਰੇ ਅੰਦਰ ਇੱਕ ਅਜੀਬ ਖੁਸ਼ੀ ਦੀ ਲਹਿਰ ਦੌੜ ਗਈ। ਦੁਲੰਗੜੇ ਮਤਲਬ ਛਾਲਾ ਮਾਰਦਾ ਮੈਂ ਸ਼ਹਿਰ ਦੇ ਦੂਜੇ ਸਿਰੇ ਗੰਜ ਮੰਡੀ ਵਾਲੇ ਚੌਕ ਜਾ ਪੁੱਜਾ। ਮੈਨੂੰ ਥਾਣੇ ਦਾ ਵਾਕਿਆ ਵੀ ਯਾਦ ਹੈ। ਇੰਸਪੈਕਟਰ ਮੇਰੀ ਵਾਂਗ ਹੀ ਅਧਖੜ ਉਮਰ ਦਾ ਆਦਮੀ ਸੀ ਅਤੇ ਭੇਰੇ ਦੇ ਬਥੇਰੇ ਮਤਲਬ ਬਹੁਤ ਸਾਰੇ ਸਾਨੀਆਂ ਨੂੰ ਜਾਣਦਾ ਸੀ। ਬੜੇ ਪਿਆਰ ਨਾਲ ਪੇਸ਼ ਆਇਆ, ਸਗੋਂ ਪਾਸਵਰਡ ਉੱਤੇ ਆਮਦ ਅਤੇ ਰੁਖਸਤ ਦੋਵਾਂ ਦੇ ਅੰਦਰਾਜ਼ ਇੱਕੋ ਸਮੇਂ ਕਰ ਦਿੱਤੇ ਤਾਂ ਜੋ ਦੁਬਾਰਾ ਕੋਤਵਾਲੀ ਆਉਣ ਦੀ ਸਾਨੂੰ ਲੋੜ ਨਾ ਪਵੇ। ਆਮਦ ਦਾ ਮਤਲਬ ਹੁੰਦਾ ਆਉਣ ਦਾ ਭਾਵ। ਰੁਖਸਤ ਦਾ ਮਤਲਬ ਹੁੰਦਾ ਵਿਦਾਇਗੀ। ਵੇਖਿਆ ਮੈਂ ਨਾਲ ਆਏ ਸਾਥੀਆਂ ਸਿਕੰਦਰ, ਸ਼ਾਕਿਰ ਅਤੇ ਮੁਸਤਮੀਨ ਨੂੰ ਕਿਹਾ, ਆਪਣੇ ਅਤੇ ਪਰਾਏ ਸ਼ਹਿਰ ਦਾ ਇਹ ਫਰਕ ਹੁੰਦਾ ਸੀ।
ਉਹ ਵੀ ਅਤੇ ਇੰਸਪੈਕਟਰ ਵੀ ਖਾਮੋਸ਼ ਰਹੀ। ਮੈਂ ਆਪ ਜਾਣਦਾ ਸਾਂ ਹੁਣ ਇਹ ਸ਼ਹਿਰ ਉਤਨਾ ਹੀ ਮੇਰਾ ਸੀ ਜਿਤਨੀ ਦਿੱਲੀ ਸਿਕੰਦਰ ਦੀ, ਪਰ ਮੈਂ ਸਿਆਣਾ ਬਣਨ ਦੀ ਰੋਹ ਵਿੱਚ ਨਹੀਂ ਸਾਂ। ਰੋਹ ਮਤਲਬ ਮੂਡ। ਮੁੰਡਿਆਂ ਨੇ ਬਥੇਰਾ ਕਿਹਾ ਕਿਸੇ ਵਾਕਫਕਾਰ ਨੂੰ ਨਾਲ ਲੈ ਲਈਏ। ਵਾਕਫਕਾਰ ਯਾਨੀ ਜਾਣੂ, ਜਿਹਨੂੰ ਇੱਥੋਂ ਦਾ ਪਤਾ ਹੋਵੇ, ਪਰ ਮੈਂ ਇੱਕ ਨਾ ਮੰਨੀ। ਗੰਜ ਵਿੱਚੋਂ ਉਸੇ ਤਰ੍ਹਾਂ ਆਪਣੇ ਮੁਹੱਲੇ ਦੇ ਨੇੜੇ ਪੁੱਜ ਕੇ ਭੰਬਲ ਭੂਸਿਆਂ ਵਿੱਚ ਪੈ ਗਿਆ। ਭੰਬਲ ਭੂਸਿਆਂ 'ਚ ਪੈਣਾ ਮਤਲਬ ਚੱਕਰਾਂ ਵਿੱਚ ਪੈਣਾ। ਹਰ ਪਾਸੇ ਇਮਾਰਤਾਂ ਢਹਿ ਕੇ ਢੇਰੀ ਹੋਈਆਂ ਪਈਆਂ ਸਨ। ਹੁਲੀਆ ਸਾਰਾ ਬਦਲਿਆ ਹੋਇਆ ਸੀ। ਹੁਲੀਆ ਮਤਲਬ ਢਾਂਚਾ, ਬਣਤਰ। ਸਾਡੀ ਗਲੀ ਦੀ ਨੁੱਕਰ ਉੱਤੇ ਇੱਕ ਖੂਹ ਹੁੰਦਾ ਸੀ। ਨੁੱਕਰ ਮਤਲਬ ਕੰਢਾ, ਕਿਨਾਰਾ। ਉਹਦੇ ਐਨ ਸਾਹਮਣੇ ਮੇਰੇ ਚਾਚਾ ਜੀ ਦਾ ਘਰ ਸੀ। ਮੋਕਲੀ ਜਿਹੀ ਗਲੀਆਂ ਦੇ ਮੇਲ ਉੱਪਰ ਸਾਰਾ ਦਿਨ ਜਨਾਨੀਆਂ ਚਰਖੇ ਡਾਹ ਕੇ ਘੂਕਰ ਮਚਾਈ ਰੱਖਦੀਆਂ ਸਨ। ਮੋਕਲੇ ਮਤਲਬ ਹੁੰਦਾ ਖੁੱਲ੍ਹੇ, ਚੌੜੇ। ਮੇਰੇ ਚਾਚਾ ਜੀ ਦੇ ਘਰ ਦਾ ਦਰਵਾਜ਼ਾ ਪੁਰਾਣੇ ਢੰਗ ਦਾ ਸੀ। ਲੱਕੜੀ ਉੱਪਰ ਬਿਹਤਰੀਨ ਚੋਪਕਾਰੀ ਦਾ ਕੰਮ ਸੀ। ਬੜੀਆਂ ਮੁਸ਼ਕਿਲਾਂ ਨਾਲ ਖੂਹ ਤਾਂ ਲੱਭ ਪਿਆ, ਪਰ ਆਸ-ਪਾਸ ਨਾ ਕੋਈ ਗਲੀ ਨਾ ਮਕਾਨ। ਇੰਝ ਜਾਪਿਆ ਜਿਵੇਂ ਹੁਣੇ ਕੋਈ ਹਵਾਈ ਹਮਲਾ ਹੋਇਆ ਹੈ ਅਤੇ ਹਰ ਪਾਸੇ ਮਲਬੇ ਦੇ ਢੇਰ ਲੱਗ ਗਏ ਹਨ। ਮਲਬੇ ਮਤਲਬ ਢੱਠੇ ਹੋਏ ਮਕਾਨ ਦੀਆਂ ਇੱਟਾਂ, ਮਿੱਟੀ ਦੇ ਕੂੜੇ ਨੂੰ ਕਿਹਾ ਜਾਂਦਾ ਹੈ ਮਲਬਾ। ਇੰਝ ਜਾਪਿਆ ਜਿਵੇਂ ਹੁਣੇ ਕੋਈ ਹਵਾਈ ਹਮਲਾ ਹੋਇਆ ਹੈ ਅਤੇ ਹਰ ਪਾਸੇ ਮਲਬੇ ਦੇ ਢੇਰ ਲੱਗ ਗਏ ਹਨ। ਕੋਈ ਵਿਹਲੀ ਇਮਾਰਤ ਦੀ ਸਾਬਤ ਖੜ੍ਹੀ ਸੀ। ਸਾਥੀਆਂ ਨੇ ਹਿੰਮਤ ਦਵਾਈ। ਪੁੱਛ ਪੁਛਾ ਕੇ ਚੌਧਰੀ ਗੁਲਾਮ ਮੁਹੰਮਦ ਦਾ ਘਰ ਲੱਭਿਆ। ਥੋੜ੍ਹਾ ਚਿਰ ਉਡੀਕਣ ਤੋਂ ਬਾਅਦ ਉਹ ਬਾਹਰ ਆਏ। ਮੇਰੀ ਹੀ ਉਮਰ ਦੇ ਸਨ। ਵੇਖਦਿਆਂ ਸਾਰ ਮੈਨੂੰ ਉਹਨਾਂ ਦਾ ਬਚਪਨ ਦਾ ਰੂਪ ਵੀ ਚੇਤੇ ਆ ਗਿਆ। ਬਚਪਨ 'ਚ ਅਸੀਂ ਇਕੱਠੇ ਖੇਡੇ ਸੀ। ਮੈਂ ਉਹਨਾਂ ਨੂੰ ਆਪਣੀ ਪਛਾਣ ਕਰਾਈ। ਮੇਰੇ ਪਿਤਾ ਜੀ ਦਾ ਨਾਂ ਸੁਣਦਿਆਂ ਸਾਰ ਉਹ ਮੇਰੇ ਗਲ ਨਾਲ ਆ ਲੱਗੇ ਅਤੇ ਜ਼ਾਰੋ-ਜ਼ਾਰ ਰੋਣ ਲੱਗ ਪਏ। ਜ਼ਾਰੋ-ਜ਼ਾਰ ਰੋਣ ਲੱਗਦਾ ਮਤਲਬ ਹੁੰਦਾ ਬਹੁਤ ਜ਼ਿਆਦਾ ਰੋਣਾ। ਦਾਦੇ ਪੋਤਰੇ ਭਰਾ ਸਾਂ ਦੋਵੇਂ ਇੱਕ ਖੂਨ, ਪਰ ਵੰਡ ਤੋਂ ਬਾਅਦ ਉਹ ਮੁਸਲਮਾਨ ਹੋ ਗਏ ਸਨ। ਮੈਂ ਹਿੰਦੂ ਰਹਿ ਗਿਆ ਸਾਂ। ਉਹ ਪਾਕਿਸਤਾਨੀ ਸਨ, ਮੈਂ ਹਿੰਦੁਸਤਾਨੀ। ਸਾਡੀਆਂ ਜੁੜੀਆਂ ਹੋਈਆਂ ਬਾਹਾਂ ਅਤੇ ਛਾਤੀਆਂ ਦੇ ਵਿਚਕਾਰ ਇੱਕ ਖਾਈ ਸੀ, ਇਤਨੀ ਲੰਬੀ ਅਤੇ ਚੌੜੀ ਜਿਸ ਦਾ ਕੋਈ ਹਿਸਾਬ ਨਹੀਂ ਸੀ। ਇੱਕ ਦੂਜੇ ਦੇ ਦਿਲ ਦੀਆਂ ਧੜਕਣਾਂ ਮਹਿਸੂਸ ਕਰਦੇ ਹੋਏ ਵੀ ਅਸੀਂ ਇਸ ਖਾਈ ਤੋਂ ਗਾਫਲ ਨਹੀਂ ਹੋ ਸਕੇ। ਗਾਫਲ ਦਾ ਮਤਲਬ ਹੁੰਦਾ ਹੈ ਅਵੇਸਲਾ। ਇਸ ਅਕਲਪਿਤ ਪਰਿਸਥਿਤੀ ਨੇ ਮੈਨੂੰ ਇਤਨਾ ਬੌਂਦਲਾ ਛੱਡਿਆ ਕਿ ਮੈਨੂੰ ਰੋਣ ਵੀ ਨਹੀਂ ਆਇਆ। ਪਰਿਸਥਿਤੀ ਮਤਲਬ ਹਾਲਾਤ। ਬੌਂਦਲਾ ਜਾਣਾ, ਘਬਰਾ ਜਾਣਾ। ਫਿਰ ਉਹ ਸਾਨੂੰ ਘਰ ਦੇ ਅੰਦਰ ਲੈ ਗਏ। ਘਰ ਨਵਾਂ ਬਣਾਇਆ ਸੀ। ਪਹਾੜ ਟਿੱਬਾ ਸੀ ਜਿਵੇਂ ਸਾਡੇ ਘਰ ਦੇ ਸਾਹਮਣੇ ਹੁੰਦਾ ਸੀ। ਇਸ ਉੱਪਰੋਂ ਲੰਘਦੀ ਚਿੱਟਾ ਬੁਰਕਾ ਪਾਈ ਉਹਨਾਂ ਦੀ ਪਤਨੀ ਮੇਰੀ ਭਾਬੀ ਮਕਾਨ ਦੇ ਪਿਛਵਾੜੇ ਚਲੀ ਗਈ। ਚੌਧਰੀ ਸਾਹਿਬ ਨੇ ਅੰਦਰ ਜਾ ਕੇ ਉਹਨੂੰ ਚਾਹ ਪਾਣੀ ਦਾ ਆਹਾਰ ਕਰਨ ਲਈ ਕਿਹਾ। ਫਿਰ ਉਹਨਾਂ ਦਾ 18 ਕੁ ਵਰ੍ਹਿਆਂ ਦਾ ਲੜਕਾ ਅੰਦਰ ਆਇਆ। ਅਨਵਰ ਨਾਂ ਸੀ ਸ਼ਾਇਦ ਉਹਦਾ। ਉਹਨੇ ਮੇਰੇ ਪੈਰੀ ਹੱਥ ਲਾਇਆ। ਮੈਂ ਪਿੱਠ ਉੱਤੇ ਹੱਥ ਫੇਰ ਕੇ ਅਸੀਸਾਂ ਦਿੱਤੀਆਂ। 40 ਵਰ੍ਹੇ ਕੋਈ ਘੱਟ ਨਹੀਂ ਹੁੰਦੇ। ਅਤੇ ਫਿਰ ਜਦੋਂ ਅਸਾਂ ਨਿੱਕਿਆਂ ਨੇ ਭੇਰੇ ਦਾ ਸਭ ਕੁਝ ਛੱਡ ਦਿੱਤਾ ਤਾਂ ਮਾਂ ਪਿਓ ਨੇ ਇੱਥੇ ਆ ਕੇ ਕੀ ਕਰਨਾ ਸੀ। ਮੈਂ ਚੌਧਰੀ ਸਾਹਿਬ ਤੋਂ ਆਪਣੇ ਮਕਾਨ ਬਾਰੇ ਪੁੱਛਿਆ, ਪਰ ਉਹਨਾਂ ਗੋਲ-ਮੋਲ ਜਿਹਾ ਜਵਾਬ ਦਿੱਤਾ। ਹਕੀਕਤਨ ਉਹਨਾਂ ਨੂੰ ਯਾਦ ਨਹੀਂ ਸੀ ਰਿਹਾ ਕਿ ਚਾਚਿਆਂ ਤਾਇਆਂ ਦੇ ਅਨੇਕਾਂ ਮਕਾਨਾਂ ਵਿੱਚੋਂ ਕਿਹੜਾ ਮੇਰੇ ਪਿਤਾ ਜੀ ਦਾ ਹੁੰਦਾ ਸੀ। ਪਰ ਉਹਨਾਂ ਦੀ ਇਸ ਬੇਅਰਥੀ ਖਾਮੋਸ਼ੀ 'ਤੇ ਮੈਨੂੰ ਸ਼ੱਕ ਪੈਣ ਲੱਗ ਪਿਆ ਕਿ ਜਿਸ ਮਕਾਨ 'ਚ ਮੈਂ ਬੈਠਾ ਹੋਇਆ ਹਾਂ ਇਹ ਸਾਡਾ ਮਕਾਨ ਹੈ। ਚੌਧਰੀ ਸਾਹਿਬ ਨੇ ਢੁਆ ਕੇ ਮਤਲਬ ਡੇਗ ਕੇ ਆਪਣੀ ਜ਼ਮੀਨ ਨਾਲ ਰਲਾ ਲਿਆ ਹੈ ਅਤੇ ਇਹ ਨਵੇਂ ਕਮਰੇ ਪਾ ਲਏ ਹਨ। ਮੋਹਲੇ ਟਿੱਬੇ ਨੂੰ ਵੇਖ ਕੇ ਮੇਰਾ ਸ਼ੱਕ ਹੋਰ ਵੀ ਪੱਕਾ ਹੋਈ ਜਾ ਰਿਹਾ ਸੀ, ਪਰ ਮੈਨੂੰ ਇੰਝ ਹੋ ਜਾਣ ਦਾ ਰੰਜ ਕੋਈ ਨਹੀਂ ਸੀ ਮਹਿਸੂਸ ਹੋ ਰਿਹਾ। ਸਗੋਂ ਬੜੀ ਤਸੱਲੀ ਸੀ ਕਿ ਖਾਨਦਾਨੀ ਚੀਜ਼ ਆਪਣੇ ਹੀ ਵੀਰ ਦੇ ਕੰਮ ਆ ਗਈ। ਪਰ ਮੇਰੇ ਸਾਥੀਆਂ ਨੂੰ ਮੇਰੇ ਦਿਲ ਵਿੱਚ ਉੱਠ ਰਹੀਆਂ ਦਲੀਲਾਂ ਦਾ ਕਿਵੇਂ ਇਲਮ ਹੋ ਸਕਦਾ ਹੈ। ਉਹ ਘੜੀ ਮੁੜੀ ਵਕਤੀ ਤੰਗੀ ਵੱਲ ਇਸ਼ਾਰਾ ਕਰਦੇ ਅਤੇ ਕਹਿੰਦੇ, ਆਪਣਾ ਮਕਾਨ ਵੀ ਤਾਂ ਢੂੰढिए। मैं उन्होंने टाल छड़ा, नहीं अपने भाई से मिल लिया है, अब मुझे मकान दे के क्या करना है। चौधरी साहिब ने अपने पुत्र ने कहा, अनवर जा उत्थों दोस्त मुहम्मद नूं सद लिया। उत्थों मतलब उत्थों, मते उसनूं खबर होवे।
थोड़े चिर बाद 17 ਕੁ ਵਰ੍ਹਿਆਂ ਦਾ ਬੁੱਢਾ ਦੋਸਤ ਮੁਹੰਮਦ ਵੀ ਆ ਕੇ ਮੰਜੀ ਉੱਤੇ ਬਹਿ ਗਿਆ। ਉਸਨੇ ਸਿਰ ਉੱਤੇ ਚਿੱਟੀ ਪੱਗ ਬੰਨ੍ਹੀ ਹੋਈ ਸੀ, ਹੂਬਹੂ ਉਸੇ ਤਰ੍ਹਾਂ ਦੀ ਜਿਵੇਂ ਮੇਰੇ ਪਿਤਾ ਜੀ ਬੰਨ੍ਹਦੇ ਸਨ। ਸ਼ਕਲ ਸੂਰਤ ਬੋਲਚਾਲ ਵੀ ਉਹਨਾਂ ਨਾਲ ਮਿਲਦੀ ਸੀ। ਇਹ ਦੋਸਤ ਮੁਹੰਮਦ ਅਨੇਕਾਂ ਵਰ੍ਹੇ ਦੀਵਾਨ ਦੇਸਰਾ ਸਾਨੀ ਹੋਰਾਂ ਦੀ ਦੇਖਭਾਲ ਕਰਦਾ ਰਿਹਾ ਸੀ। ਦੀਵਾਨ ਸਾਹਿਬ ਬੈਰਿਸਟਰ ਮਤਲਬ ਵਕੀਲ ਬੈਰਿਸਟਰ ਸਨ ਅਤੇ ਰਾਵਲਪਿੰਡੀ ਪ੍ਰੈਕਟਿਸ ਕਰਦੇ ਸਨ। ਪ੍ਰੈਕਟਿਸ ਮਤਲਬ ਵਕਾਲਤ ਕਰਨਾ। ਉਹਨਾਂ ਦੀ ਲੜਕੀ ਨਾਲ ਮੇਰੀ ਭੂਆ ਦੀ ਧੀ ਵਿਆਹੀ ਸੀ। ਦੀਵਾਨ ਸਾਹਿਬ ਵੰਡਾਰੇ ਦੇ ਦਿਨ ਤੱਕ ਬਕਾਇਦਾ ਫੇਰਾ ਮਾਰਦੇ ਹੁੰਦੇ ਸਨ, ਕਿਉਂਕਿ ਭੇਰੇ ਦੇ ਆਸ-ਪਾਸ ਉਹਨਾਂ ਦੀਆਂ ਜ਼ਮੀਨਾਂ ਵੀ ਸਨ। ਪਰ ਦੋਸਤ ਮੁਹੰਮਦ ਨੂੰ ਸਾਡਾ ਘਰ ਭੁੱਲ ਭੁਲਾ ਗਿਆ ਸੀ, ਕਿਉਂਕਿ ਮੇਰੇ ਪਿਤਾ ਜੀ ਘੱਟ ਵੱਧ ਕਦੇ ਭੇਰੇ ਜਾਂਦੇ ਸਨ। ਜੇ ਮੈਂ ਹੋਰ ਵਿਸਥਾਰ ਨਾਲ ਨਿਸ਼ਾਨੀਆਂ ਦੱਸਦਾ ਤਾਂ ਸ਼ਾਇਦ ਉਹਨੂੰ ਕੁਝ ਚੇਤੇ ਆ ਜਾਂਦਾ, ਪਰ ਹਾਲਤ ਹੀ ਕੁਝ ਅਜੀਬ ਬਣੀ ਹੋਈ ਸੀ। ਇੱਕ ਪਾਸੇ ਗੁਲਾਮ ਮੁਹੰਮਦ ਕੁਰਸੀ ਉੱਪਰ ਨੀਵੀਂ ਪਾਈ ਲਗਾਤਾਰ ਰੋਈ ਜਾ ਰਿਹਾ ਸੀ, ਉੱਧਰ ਬੁੱਢੇ ਦੋਸਤ ਮੁਹੰਮਦ ਦੀਆਂ ਅੱਖਾਂ ਵਿੱਚੋਂ ਵੀ ਜਿਵੇਂ ਗੰਗਾ ਜਮਨਾ ਵਹਿ ਤੁਰੀਆਂ ਸਨ। ਮੇਰੇ ਆਪਣੇ ਲਈ ਬੋਲਣਾ ਔਖਾ ਹੋ ਰਿਹਾ ਸੀ। ਅਖੀਰ ਸਿਕੰਦਰ ਨੇ ਹਲੂਣ ਕੇ ਮੈਨੂੰ ਉਠਾ ਦਿੱਤਾ ਅਤੇ ਕਹਿਣ ਲੱਗਾ, ਚਲਿਏ जब तक चाय तैयार होती है एक बाहर का चक्कर लगाते हैं। ਬੇਦਿਲੀ ਨਾਲ ਮੈਂ ਫਿਰ ਗਲੀ ਵਿੱਚ ਆ ਗਿਆ। ਬਿਲਕੁਲ ਓਪਰੀ ਪਈ ਜਾਪਦੀ ਸੀ। ਯਕੀਨ ਨਹੀਂ ਸੀ ਆਉਂਦਾ ਮੈਂ ਇਸ ਗਲੀ 'ਚ ਖੇਡਦਾ ਹੁੰਦਾ ਸੀ। ਉਹ ਤਾਂ ਇਤਨੀ ਲੰਬੀ ਖੁੱਲ੍ਹੀ ਅਤੇ ਸੋਹਣੀ ਹੁੰਦੀ ਸੀ। ਇਹ ਇਤਨੀ ਛੋਟੀ ਭੀੜੀ ਅਤੇ ਕੋਝੀ ਮਤਲਬ ਬਦਸੂਰਤ। ਸਿਕੰਦਰ ਨੇ ਮੈਨੂੰ ਇੱਕ ਸਿਰਿਓਂ ਦੂਜੇ ਸਿਰੇ ਤੀਕ ਦਾ ਚੱਕਰ ਮਾਰਨ ਲਈ ਕਿਹਾ। ਅਚਾਨਕ ਇੱਕ ਘਰ ਦੀ ਅੱਗੀ ਲੰਘਦਿਆਂ ਮੇਰੀ ਨਜ਼ਰ ਉਹਦੇ ਵਿਹੜੇ ਵਿੱਚ ਪਈ। ਮੈਂ ਖਲੋ ਗਿਆ ਅਤੇ ਕਿਹਾ, ਇਸ ਘਰ ਵਿੱਚ ਮੈਂ ਖੇਡਦਾ ਹੁੰਦਾ ਸਾਂ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਇਹਦੇ ਕੋਠੇ ਉੱਤੇ ਵੀ ਅਸੀਂ ਚੜ੍ਹਦੇ ਹੁੰਦੇ ਸਾਂ। ਇੱਥੇ ਮੇਰਾ ਦੋਸਤ ਰਹਿੰਦਾ ਹੁੰਦਾ ਸੀ। ਪੌੜੀਆਂ ਕੋਲ ਇੱਕ ਗਰੀਬੜਾ ਜਿਹਾ ਆਦਮੀ ਚਾਦਰ ਵਲੇਟੀ ਪਿਆ ਹੋਇਆ ਸੀ। ਵਲੇਟੀ ਮਤਲਬ ਲਪੇਟ ਕੇ। ਸਿਕੰਦਰ ਨੇ ਉਸ ਕੋਲੋਂ ਅੰਦਰ ਆਉਣ ਦੀ ਇਜਾਜ਼ਤ ਮੰਗ ਲਈ ਅਤੇ ਮੈਨੂੰ ਕਿਹਾ, ਜਾਈਏ ਅੰਦਰ, ਉੱਪਰ ਵੀ ਜਾਈਏ। ਨਹੀਂ, ਅੰਦਰ ਜਾ ਕੇ ਕੀ ਲੈਣਾ? ਮੈਂ ਕਿਹਾ। ਹੁਣ 22-23 ਵਰ੍ਹਿਆਂ ਦੇ ਸਿਕੰਦਰ ਨੇ ਮੈਨੂੰ ਗਲੀ 'ਚ ਖਲੋ ਕੇ ਇੰਝ ਡਾਂਟਿਆ ਜਿਵੇਂ ਉਹ ਮੇਰਾ ਕੋਈ ਬਜ਼ੁਰਗ ਹੋਵੇ। सानी साहब, आप कैसे फजूल से तकल्फ़ात का शिकार हो रहे हैं? हम भी आपकी तरह हैं। जब कभी दिल्ली जाएं अपने छोड़े हुए घरों का कोना कोना छान मारते हैं, चाहे किसी को कितनी भी तकलीफ़ हो। आपने यहाँ रहना थोड़ी है कि हर किसी का इतना लिहाज किए जा रहे हो। 2 घंटे बाद आपको यहाँ से चले जाना है और फिर आपके खुदा जाने कभी इधर आना नसीब भी हो या ना हो। ये सुस्ती छोड़िए और एक जगह बैठ के वक्त गंवाने की बजाय जितना घूम सकते हो देखिए। बराए मेहरबानी जाइए ऊपर। कितना स्वाद मिलिया उन्होंने पौड़ियां ऊपर दोबारा पैर रखे। ਉੱਪਰ ਕੋਠੇ 'ਤੇ ਪੁੱਜੇ ਤਾਂ ਐਨ ਆਪਣੀਆਂ ਅੱਖਾਂ ਸਾਹਮਣੇ ਦੂਰ ਮੈਨੂੰ ਆਪਣੇ ਘਰ ਦਾ ਉੱਪਰਲਾ ਸੋਫਾ ਸਾਫ਼ ਦਿਸ ਪਿਆ। ਉਹਦੇ ਸੱਜੇ ਪਾਸੇ ਵਾਲੀ ਰਸੋਈ ਦਿਸ ਪਈ ਅਤੇ ਮੈਂ ਚੀਕ ਉੱਠਿਆ, ਓਹੋ ਸਾਡਾ ਘਰ। ਉਸ ਕਮਰੇ 'ਚ ਮੇਰੀ ਭੈਣ ਦੀ ਕੁੜਮਾਈ ਹੋਈ ਸੀ। ਉਹ ਸਾਡੀ ਰਸੋਈ। ਉਸ ਵੇਲੇ ਖੋਰੇ ਅੰਦਰ ਕਿਹੜਾ ਜਵਾਲਾਮੁਖੀ ਫਟਿਆ, ਰੋਂਦਾ ਅਤੇ ਘਰਕਦਾ। मैं मिट्टी पहुँची फर्श पर ढेर हो गया। वो लोग दिलासा देने लिए आए। मैं बोली जा रहा सा, मैनू छड़ दिओ, मैं घर नूं वेख के नहीं रो रहा। मैनू भैन याद आ रही है जिहड़ी मर चुकी। रब्बा मेरी भैन मोड़ दे, रब्बा मेरी भैन मोड़ दे। अपने आप उहदी शर्म भी आ रही सी। ये मैं की कर रहा हाँ? ओपरे देश ओपरी थां ओपरे बंदियां दी मौजूदगी विच, पर मैनू अपने आप पर कोई काबू नहीं सी। इसी तुहाडा लेख मुड़ वेख्या पिंड। आओ ਹੁਣ ਇਸ ਲੇਖ ਨਾਲ ਸੰਬੰਧਿਤ ਕੁਝ ਜ਼ਰੂਰੀ ਗੱਲਾਂ ਯਾਦ ਕਰਦੇ ਹਾਂ। ਮੁੜ ਵੇਖਿਆ ਪਿੰਡ ਲੇਖ ਬਲਰਾਜ ਸਾਹਨੀ ਦੀ ਰਚਨਾ ਹੈ। ਬਲਰਾਜ ਸਾਹਨੀ ਦਾ ਜੀਵਨ ਕਾਲ 1913 ਤੋਂ 1973 ਈਸਵੀ ਤੱਕ ਹੈ। ਬਲਰਾਜ ਸਾਹਨੀ ਦਾ ਜਨਮ ਰਾਵਲਪਿੰਡੀ 'ਚ ਹੋਇਆ। ਮੁੜ ਵੇਖਿਆ ਪਿੰਡ ਲੇਖ ਜੋ ਕਿ ਵਾਰਤਕ ਦਾ ਨਮੂਨਾ ਹੈ, ਬਲਰਾਜ ਸਾਹਨੀ ਦੀ ਪੁਸਤਕ ਮੇਰਾ ਪਾਕਿਸਤਾਨੀ ਸਫ਼ਰਨਾਮਾ ਵਿੱਚੋਂ ਲਿਆ ਗਿਆ ਹੈ। ਬਲਰਾਜ ਸਾਹਨੀ ਨੂੰ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ ਨਾਲ ਭਾਸ਼ਾ ਵਿਭਾਗ ਪੰਜਾਬ ਨੇ ਸਨਮਾਨਿਤ ਕੀਤਾ। 2 बीघा ਜ਼ਮੀਨ, ਹੀਰਾ ਮੋਤੀ, ਪਵਿੱਤਰ ਪਾਪੀ, ਕਾਬਲੀਵਾਲਾ ਆਦਿ ਯਾਦਗਾਰੀ ਫਿਲਮਾਂ ਬਲਰਾਜ ਸਾਹਨੀ ਦੀ ਦੇਣ ਹਨ। ਲੇਖਕ ਬਲਰਾਜ ਸਾਹਨੀ ਦਾ ਜੱਦੀ ਪਿੰਡ ਭੇਰਾ ਹੈ।
ਲੇਖ ਮੁੜ ਵੇਖਿਆ ਪਿੰਡ ਵਿੱਚ ਲੇਖਕ ਬਲਰਾਜ ਸਾਹਨੀ 16 ਅਕਤੂਬਰ 1962 ਈਸਵੀ ਨੂੰ ਭੇਰੇ ਗਿਆ। ਰੇਲਵੇ ਸਟੇਸ਼ਨ ਤੋਂ ਭੇਰੇ ਆਉਂਦੇ ਸਾਰਿਆਂ ਤੋਂ ਪਹਿਲਾਂ ਸਾਨੀਆਂ ਦਾ ਮੁਹੱਲਾ ਆਉਂਦਾ ਹੈ। ਪੁਲਿਸ ਇੰਸਪੈਕਟਰ ਭੇਰੇ ਦੇ ਸਾਨੀਆਂ ਨੂੰ ਜਾਣਦਾ ਸੀ। ਚੌਧਰੀ ਗੁਲਾਮ ਮੁਹੰਮਦ ਲੇਖਕ ਦਾ ਦਾਦੇ ਪੋਤਰਾ ਭਰਾ ਸੀ। ਗੁਲਾਮ ਮੁਹੰਮਦ ਦੇ ਪੁੱਤਰ ਦਾ ਨਾਂ ਅਨਵਰ ਸੀ। ਭੇਰੇ ਵਿੱਚ ਲੇਖਕ ਦੀ ਗਲੀ ਦੀ ਨੁੱਕਰ ਵਿੱਚ ਖੂਹ ਸੀ। ਬਲਰਾਜ ਸਾਹਨੀ 40 ਸਾਲਾਂ ਪਿੱਛੋਂ ਆਪਣੇ ਪਿੰਡ ਨੂੰ ਵੇਖਣ ਆਇਆ ਸੀ। ਭੇਰੇ ਦਾ ਬੱਸ ਅੱਡਾ ਬਲੋਚੀ ਦਰਵਾਜ਼ੇ ਦੇ ਨੇੜੇ ਸੀ। ਸੋ ਇਹ ਸੀ ਥੋੜ੍ਹਾ ਲੇਖ ਮੁੜ ਵੇਖਿਆ ਪਿੰਡ। ਜ਼ਰੂਰ ਹੈ, ਉਮੀਦ ਹੈ ਤੁਹਾਨੂੰ ਸਮਝ ਆ ਗਿਆ ਹੋਊਗਾ। ਸੋ ਪਿਆਰੇ ਵਿਦਿਆਰਥੀਓ, ਇਸ ਤਰ੍ਹਾਂ ਹੀ ਪੜ੍ਹਦੇ ਰਹੋ ਅਤੇ ਇਸ ਚੈਨਲ ਦੇ ਨਾਲ ਜੁੜੇ ਰਹੋ।